ਕੀ ਹੋਇਆ ਸੀ 1984 ਦੇ ਵਿੱਚ? ਕਿਉਂ ਨਹੀਂ ਮਿਲੀ 1984 ਦੇ ਦੋਸ਼ੀਆਂ ਨੂੰ ਸਜ਼ਾ? ਕੀ ਹੈ ਆਪਰੇਸ਼ਨ ਬਲੂ ਸਟਾਰ? 1984 ਦੇ ਸਿੱਖ ਵਿਰੋਧੀ ਦੰਗੇ, ਜਿਸ ਨੂੰ 1984 ਦੇ ਸਿੱਖ ਕਤਲੇਆਮ ਵੀ ਕਿਹਾ ਜਾਂਦਾ ਹੈ, ਇੰਦਰਾ ਗਾਂਧੀ ਦੀ ਉਸਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕਤਲੇਆਮ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦੇ ਵਿਰੁੱਧ ਸੰਗਠਿਤ ਕਤਲੇਆਮ ਦੀ ਇੱਕ ਲੜੀ ਸੀ। ਸਰਕਾਰ ਦਾ ਅਨੁਮਾਨ ਹੈ ਕਿ ਦਿੱਲੀ ਵਿੱਚ ਲਗਭਗ 2800 ਸਿੱਖ ਮਾਰੇ ਗਏ ਸਨ ਅਤੇ 3350 ਦੇਸ਼ ਭਰ ਵਿੱਚ, ਜਦਕਿ ਸੁਤੰਤਰ ਸਰੋਤਾਂ ਦੇ ਮੁਤਾਬਕ ਮੌਤਾਂ ਦੀ ਗਿਣਤੀ ਲਗਭਗ 8000 ਤੋਂ 17000 ਦੱਸੀ ਗਈ ਹੈ। ਜੂਨ 1984 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਹਰਮੰਦਰ ਸਾਹਿਬ ਨੂੰ ਸੁਰੱਖਿਅਤ ਰੱਖਣ ਦੇ ਨਾਮ ਤੇ ਇੱਕ ਫੌਜੀ ਕਾਰਵਾਈ ਨੀਲਾ ਤਾਰਾ ਦੇ ਨਾਮ ਤੇ ਕੀਤੀ ਗਈ, ਜਿਸ ਤੋਂ ਤੁਰੰਤ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ। ਇਸ ਤੋਂ ਬਾਅਦ ਅਧਿਕਾਰੀਆਂ ਅਤੇ ਖੁਦਮੁਖਤਿਆਰੀਆਂ ਦੀ ਮੰਗ ਕਰ ਰਹੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਦੁਨੀਆ ਭਰ ਦੇ ਸਿੱਖਾਂ ਨੇ ਇਸ ਕਤਲੇਆਮ ਦੀ ਆਲੋਚਨਾ ਕੀਤੀ ਸੀ ਅਤੇ ਕਈਆਂ ਨੇ ਇਸ ਨੂੰ ਉਹਨਾਂ ਦੇ ਧਰਮ ਅਤੇ ਪਛਾਣ ਤੇ ਹਮਲੇ ਵਜੋਂ ਦੇਖਿਆ ਸੀ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਦਿੱਲੀ ਦੇ ਸਿੱਖ ਇਲਾਕੇ ਸਨ। ਭਾਰਤ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਅਖਬਾਰਾਂ ਦਾ ਮੰਨਣਾ ਸੀ ਕਿ ਕਤਲੇਆਮ ਦਾ ਆਯੋਜਨ ਕੀਤਾ ਗਿਆ ਸੀ। ਹਿੰਸਾ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੇ ਰਾਜਨੀਤਿਕ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਿਆਇਕ ਅਸਫਲਤਾ ਨੇ ਸਿੱਖਾਂ ਦੇ ਮਨਾਂ ਅੰਦਰ ਹੋਰ ਫਰਕ ਪਾ ਦਿੱਤਾ ਸੀ ਅਤੇ ਖਾਲਿਸਤਾਨ ਲਹਿਰ ਲਈ ਸਮਰਥਨ ਵਧਾਇਆ ਸੀ। ਅਕਾਲ ਤਖਤ ਸਿੱਖ ਧਰਮ ਦੀ ਗਵਰਨਿੰਗ ਬਾਡੀ ਉਹ ਇਸ ਕਤਲੇਆਮ ਨੂੰ ਨਸਲਕੁਸ਼ੀ ਮੰਨਦੀ ਹੈ। 2001 ਵਿੱਚ ਹਿਊਮਨ ਰਾਈਟਸ ਵਾਚ ਨੇ ਰਿਪੋਰਟ ਦਿੱਤੀ ਕਿ ਭਾਰਤ ਸਰਕਾਰ ਨੇ ਅਜੇ ਤੱਕ ਸਮੂਹਿਕ ਹੱਤਿਆਵਾਂ ਲਈ ਜ਼ਿੰਮੇਵਾਰ ਲੋਕਾਂ ਤੇ ਮੁਕੱਦਮਾ ਚਲਾਉਣਾ ਹੈ। 2011 ਵਿੱਚ ਵਿਕੀਲੀਕਸ ਕੇਬਲ ਲੀਕ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੰਗਿਆਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸ਼ਮੂਲੀਅਤ ਦਾ ਯਕੀਨ ਦਿਵਾਉਂਦਾ ਹੈ ਅਤੇ ਇਸ ਨੂੰ ਕਾਂਗਰਸ ਸਰਕਾਰ ਦੁਆਰਾ ਸਿੱਖਾਂ ਦੀ ਮੌਕਾਪ੍ਰਸਤੀ ਅਤੇ ਨਫ਼ਰਤ ਕਿਹਾ ਜਾਂਦਾ ਸੀ। ਹਾਲਾਂਕਿ ਅਮਰੀਕਾ ਨੇ ਦੰਗਿਆਂ ਦੀ ਪਛਾਣ ਨਸਲਕੁਸ਼ੀ ਵਜੋਂ ਨਹੀਂ ਕੀਤੀ, ਪਰ ਇਸ ਨੇ ਮੰਨਿਆ ਹੈ ਕਿ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। 2011 ਵਿੱਚ ਹਰਿਆਣਾ ਦੇ ਹੋਂਦ ਚਿੱਲੜ ਅਤੇ ਪਟੌਦੀ ਖੇਤਰਾਂ ਵਿੱਚ 1984 ਦੇ ਕਈ ਸਿੱਖ ਕਤਲੇਆਮਾਂ ਦੀਆਂ ਸੜੀਆਂ ਹੋਈਆਂ ਥਾਵਾਂ ਲੱਭੀਆਂ ਹਨ। ਕੇਂਦਰੀ ਜਾਂਚ ਬਿਊਰੋ ਮੁੱਖ ਭਾਰਤੀ ਏਜੰਸੀ ਦਾ ਮੰਨਣਾ ਹੈ ਕਿ ਹਿੰਸਾ ਦਿੱਲੀ ਪੁਲਿਸ ਅਤੇ ਕੁਝ ਕੇਂਦਰੀ ਸਰਕਾਰੀ ਅਧਿਕਾਰੀਆਂ ਦੀ ਸਮਰਥਨ ਨਾਲ ਆਯੋਜਿਤ ਕੀਤੀ ਗਈ ਸੀ। 34 ਸਾਲਾਂ ਦੀ ਦੇਰੀ ਤੋਂ ਬਾਅਦ ਦਸੰਬਰ 2018 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਪਹਿਲੀ ਹਾਈ ਪ੍ਰੋਫਾਈਲ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਗ੍ਰਿਫਤਾਰੀ ਹੋਈ, ਜਿਸ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 1984 ਦੇ ਲੰਬਿਤ ਮਾਮਲਿਆਂ ਵਿੱਚ ਬਹੁਤ ਘੱਟ ਸਜ਼ਾਵਾਂ ਹੋਈਆਂ। ਦਿੱਲੀ ਦੇ ਮਹੀਪਾਲ ਖੇਤਰ ਵਿੱਚ ਸਿੱਖਾਂ ਦੇ ਕਤਲੇਆਮ ਦੇ ਮਾਮਲੇ ਵਿੱਚ ਇੱਕ ਦੋਸ਼ੀ ਜਸਪਾਲ ਨੂੰ ਸਿਰਫ ਇੱਕ ਮੌਤ ਦੀ ਸਜ਼ਾ ਦਿੱਤੀ ਗਈ। 1984 ਦੇ ਕਤਲੇਆਮ ਦੀ ਸ਼ੁਰੂਆਤ 1972 ਤੋਂ ਸ਼ੁਰੂ ਹੋ ਜਾਂਦੀ ਹੈ। 1972 ਦੀਆਂ ਪੰਜਾਬ ਰਾਜ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਅਤੇ ਅਕਾਲੀ ਦਲ ਦੀ ਹਾਰ ਹੋਈ। 1973 ਵਿੱਚ ਅਕਾਲੀ ਦਲ ਨੇ ਪੰਜਾਬ ਵਿੱਚ ਵਧੇਰੇ ਖੁਦਮੁਖਤਿਆਰੀ ਦੀ ਮੰਗ ਕਰਨ ਲਈ ਅਨੰਦਪੁਰ ਸਾਹਿਬ ਦਾ ਮਤਾ ਪੇਸ਼ ਕੀਤਾ। ਇਸ ਮਤੇ ਵਿੱਚ ਮੰਗ ਕੀਤੀ ਗਈ ਕਿ ਸੱਤਾ ਆਮ ਤੌਰ ਤੇ ਕੇਂਦਰ ਤੋਂ ਰਾਜ ਸਰਕਾਰਾਂ ਨੂੰ ਸੌਂਪੀ ਜਾਵੇ। ਕੇਂਦਰ ਸਰਕਾਰ ਨੇ ਮਤੇ ਨੂੰ ਵੱਖਵਾਦੀ ਦਸਤਾਵੇਜ਼ ਮੰਨਿਆ ਤੇ ਇਸ ਨੂੰ ਰੱਦ ਕਰ ਦਿੱਤਾ। ਦਮਦਮੀ ਟਕਸਾਲ ਦੇ ਉੱਘੇ ਸਿੱਖ ਆਗੂ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਲਈ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਲਈ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸੰਤ ਭਿੰਡਰਾਂਵਾਲਾ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਾਉਣ ਲਈ ਆਪਣੀ ਨੀਤੀ ਨਾਲ ਸਿੱਖ ਸਿਆਸੀ ਦਾਇਰੇ ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ। ਹੋਰਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ ਤੇ ਭਾਰਤ ਵਿੱਚ ਇੱਕ ਖੁਦਮੁਖਤਾਰੀ ਰਾਜ ਦੀ ਮੰਗ ਕੀਤੀ। 1983 ਤੱਕ ਪੰਜਾਬ ਦੇ ਹਾਲਤ ਅਸਥਿਰ ਹੋ ਗਏ ਸਨ। ਅਕਤੂਬਰ ਵਿੱਚ ਇੱਕ ਬੱਸ ਨੂੰ ਰੋਕਿਆ ਅਤੇ 6 ਹਿੰਦੂ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ। ਉਸੇ ਦਿਨ ਇੱਕ ਹੋਰ ਸਮੂਹ ਨੇ ਇੱਕ ਰੇਲ ਗੱਡੀ ਵਿੱਚ 2 ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਸਾਕਾ ਨੀਲਾ ਤਾਰਾ ਤੋਂ ਪਹਿਲਾਂ 1 ਜਨਵਰੀ ਤੋਂ 3 ਜੂਨ 1984 ਤੱਕ 5 ਮਹੀਨਿਆਂ ਦੌਰਾਨ ਪੰਜਾਬ ਭਰ ਵਿੱਚ ਹਿੰਸਕ ਘਟਨਾਵਾਂ ਵਿੱਚ 298 ਲੋਕ ਮਾਰੇ ਗਏ। ਆਪਰੇਸ਼ਨ ਤੋਂ ਪਹਿਲਾਂ ਦੇ 5 ਦਿਨਾਂ ਵਿੱਚ ਹਿੰਸਾ ਵਿੱਚ 48 ਲੋਕ ਮਾਰੇ ਗਏ ਸਨ। ਸਰਕਾਰੀ ਅਨੁਮਾਨਾਂ ਅਨੁਸਾਰ 1981 ਵਿੱਚ 27, 1982 ਵਿੱਚ 22 ਅਤੇ 1983 ਵਿੱਚ 99 ਨਾਗਰਿਕ, ਪੁਲਿਸ ਅਤੇ ਖਾੜਕੂਆਂ ਦੀ ਮੌਤ ਹੋਈ ਸੀ। ਜੂਨ 1984 ਤੱਕ ਹਿੰਸਕ ਘਟਨਾਵਾਂ ਅਤੇ ਦੰਗਿਆਂ ਵਿੱਚ ਮੌਤਾਂ ਦੀ ਕੁੱਲ ਗਿਣਤੀ 410 ਸੀ, ਜਦਕਿ 1180 ਲੋਕ ਜ਼ਖਮੀ ਹੋਏ ਸਨ। 1 ਜੂਨ ਨੂੰ ਸਿੱਖਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਤੋਂ ਹਟਾਉਣ ਲਈ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ ਗਿਆ। 1 ਜੂਨ 1984 ਨੂੰ ਹਰਮੰਦਰ ਸਾਹਿਬ ਦੇ ਅੰਦਰ ਸਥਿਤ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਭਾਰਤੀ ਫੌਜ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਕਰੀਬ 8-10 ਲੋਕਾਂ ਦੀ ਮੌਤ ਹੋ ਗਈ। 2 ਜੂਨ 1984 ਨੂੰ ਫੌਜ ਦੀਆਂ ਤਕਰੀਬਨ 7 ਡਿਵੀਜ਼ਨਾਂ ਪੰਜਾਬ ਵਿੱਚ ਤਾਇਨਾਤ ਕੀਤੀਆਂ ਗਈਆਂ। ਉਸ ਸਮੇਂ ਦੌਰਾਨ ਮੀਡੀਆ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਅਤੇ ਆਵਾਜਾਈ ਨੂੰ ਵੀ ਵੱਡਾ ਝਟਕਾ ਲੱਗਾ। ਬਾਹਰੀ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਦੇ ਕਈ ਹਿੱਸਿਆਂ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਸੀ। 3 ਜੂਨ 1984 ਨੂੰ ਪੰਜਾਬ ਨੂੰ ਪੂਰੀ ਤਰ੍ਹਾਂ ਕਰਫਿਊ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਫੌਜ ਅਤੇ ਨੀਮ ਫੌਜੀ ਗਸ਼ਤ ਕਰ ਰਹੇ ਸਨ। ਹਰਮੰਦਰ ਸਾਹਿਬ ਦੀਆਂ ਐਂਟਰੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। 4 ਜੂਨ 1984 ਨੂੰ ਹਰਮੰਦਰ ਸਾਹਿਬ ਦੇ ਕੰਪਲੈਕਸ ਅੰਦਰ ਰਾਮਗੜੀਆ ਬੋਂਗੇ ਨੂੰ ਬੰਬ ਨਾਲ ਉਡਾਇਆ ਗਿਆ ਸੀ। ਸਿੱਖਾਂ ਤੇ ਹਮਲੇ ਲਈ ਆਰਡੀਨੈਂਸ KUF-25 ਪਾਊਡਰ ਦੀ ਵਰਤੋਂ ਕੀਤੀ ਗਈ ਸੀ। ਗੁਰਚਰਨ ਸਿੰਘ ਟੌੜਾ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੰਤ ਭਿੰਡਰਾਂਵਾਲਾ ਨਾਲ ਗੱਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਹਾਲਾਂਕਿ ਗੱਲਬਾਤ ਅਸਫਲ ਰਹੀ। 5 ਜੂਨ 1984 ਨੂੰ ਕੰਪਲੈਕਸ ਦੇ ਦੱਖਣੀ ਪੱਛਮੀ ਕਿਨਾਰੇ ਤੇ ਸਥਿਤ ਹੋਟਲ ਟੈਂਪਲ ਵਿਊ ਤੇ ਬ੍ਰਹਮਬੂਟਾ ਖਾੜੇ ਤੇ BSF ਅਤੇ CRPF ਨੇ ਹਮਲਾ ਕੀਤਾ। 6 ਜੂਨ 1984 ਨੂੰ ਫੌਜ ਨੇ ਅਕਾਲ ਤਖਤ ਨੂੰ ਨਸ਼ਟ ਕਰਨ ਲਈ ਟੈਂਕਾਂ ਦੀ ਵਰਤੋਂ ਕੀਤੀ। 7 ਜੂਨ 1984 ਨੂੰ ਭਾਰਤੀ ਫੌਜ ਨੇ ਹਰਮੰਦਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰ ਲਿਆ ਸੀ। ਇਸ ਆਪਰੇਸ਼ਨ ਵਿੱਚ ਸੰਤ ਭਿੰਡਰਾਂਵਾਲੇ ਸ਼ਹੀਦ ਹੋ ਗਏ ਸਨ। ਫੌਜ ਦੀ ਮੌਤ ਦੇ ਅੰਕੜਿਆਂ ਮੁਤਾਬਕ 83 ਵਿਅਕਤੀ ਮਾਰੇ ਗਏ ਸਨ ਅਤੇ 249 ਜ਼ਖਮੀ ਹੋਏ ਸਨ। ਭਾਰਤੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਅਧਿਕਾਰਤ ਅਨੁਮਾਨ ਅਨੁਸਾਰ 1592 ਨੂੰ ਫੜਿਆ ਗਿਆ ਸੀ
ਅਤੇ 493 ਸੰਯੁਕਤ ਖਾੜਕੂ ਅਤੇ ਨਾਗਰਿਕ ਮਾਰੇ ਗਏ ਸਨ। ਬਾਅਦ ਵਿੱਚ ਭਾਰਤੀ ਅਰਧਸੈਨਿਕ ਬਲਾਂ ਦੁਆਰਾ ਪੰਜਾਬ ਰਾਜ ਵਿੱਚੋਂ ਵੱਖਵਾਦੀਆਂ ਦਾ ਸਫਾਇਆ ਕਰਨ ਲਈ ਕਾਰਵਾਈਆਂ ਕੀਤੀਆਂ ਗਈਆਂ ਸਨ। ਇਸ ਆਪਰੇਸ਼ਨ ਨੇ ਸਿੱਖਾਂ ਵਿੱਚ ਰੋਹ ਪੈਦਾ ਕੀਤਾ ਅਤੇ ਖਾਲਿਸਤਾਨੀ ਲਹਿਰ ਨੂੰ ਵਧਾਇਆ। ਆਪਰੇਸ਼ਨ ਤੋਂ 4 ਮਹੀਨਿਆਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਉਸਦੇ ਦੋ ਸਿੱਖ ਅੰਗਰੱਖਿਅਕ ਸਤਵੰਤ ਸਿੰਘ ਅਤੇ ਬਿਆਨ ਸਿੰਘ ਦੁਆਰਾ ਬਦਲਾ ਲੈਣ ਲਈ ਕਤਲ ਕਰ ਦਿੱਤਾ ਗਿਆ। ਕਾਤਲਾਂ ਵਿੱਚੋਂ ਇੱਕ ਨੂੰ ਗਾਂਧੀ ਦੇ ਦੂਜੇ ਅੰਗਰੱਖਿਅਕ ਦੁਆਰਾ ਮਾਰਿਆ ਗਿਆ, ਜਦਕਿ ਦੂਜੇ ਨੂੰ ਗਾਂਧੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਫਾਂਸੀ ਦਿੱਤੀ ਗਈ ਸੀ। ਗਾਂਧੀ ਦੀ ਮੌਤ ਤੇ ਜਨਤਕ ਰੋਸ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸਿੱਖਾਂ ਦੀ ਹੱਤਿਆ ਕੀਤੀ ਗਈ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਤੇ ਉਸਦੇ ਦੋ ਸਿੱਖ ਅੰਗਰੱਖਿਅਕਾਂ ਦੁਆਰਾ ਕਤਲ ਕਰਨ ਤੋਂ ਬਾਅਦ ਅਗਲੇ 3 ਦਿਨ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਉਹ ਕਈ ਦਿਨਾਂ ਤੱਕ ਕੁਝ ਖੇਤਰਾਂ ਵਿੱਚ ਜਾਰੀ ਰਹੇ। ਨਵੀਂ ਦਿੱਲੀ ਵਿੱਚ 3000 ਤੋਂ ਵੱਧ ਸਿੱਖ ਮਾਰੇ ਗਏ ਅਤੇ ਭਾਰਤ ਦੇ 40 ਸ਼ਹਿਰਾਂ ਵਿੱਚ ਕੁੱਲ ਮਿਲਾ ਕੇ ਅੰਦਾਜ਼ਨ 8000 ਤੋਂ 17000 ਤੱਕ ਸਿੱਖ ਮਾਰੇ ਗਏ। ਘੱਟੋ ਘੱਟ 50000 ਸਿੱਖ ਉੱਜੜ ਗਏ। ਦਿੱਲੀ ਦੇ ਸੁਲਤਾਨਪੁਰੀ, ਮੰਗੋਲਪੁਰੀ, ਤਰਲੋਕਪੁਰੀ ਅਤੇ ਹੋਰ ਟਰਾਂਸ ਯਮੁਨਾ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਦੋਸ਼ੀਆਂ ਕੋਲ ਲੋਹੇ ਦੀਆਂ ਰਾਡਾਂ, ਚਾਕੂ, ਡੱਬੇ ਅਤੇ ਜਲਨਸ਼ੀਲ ਸਮੱਗਰੀ ਜਿਵੇਂ ਕਿ ਮਿੱਟੀ ਦਾ ਤੇਲ ਅਤੇ ਪੈਟਰੋਲ ਸਨ। ਉਹ ਸਿੱਖ ਮੁਹੱਲਿਆਂ ਵਿੱਚ ਦਾਖਲ ਹੋ ਗਏ, ਸਿੱਖਾਂ ਤੇ ਅੰਨ੍ਹੇਵਾਹ ਕਤਲ ਕੀਤਾ ਅਤੇ ਦੁਕਾਨਾਂ ਤੇ ਘਰਾਂ ਨੂੰ ਤਬਾਹ ਕਰ ਦਿੱਤਾ। ਹਥਿਆਰਬੰਦ ਭੀੜ ਨੇ ਦਿੱਲੀ ਅਤੇ ਨੇੜੇ ਬੱਸਾਂ ਅਤੇ ਰੇਲ ਗੱਡੀਆਂ ਨੂੰ ਰੋਕਿਆ। ਸਿੱਖ ਯਾਤਰੀਆਂ ਨੂੰ ਲੀਚਿੰਗ ਲਈ ਖਿੱਚਿਆ, ਕੁਝ ਨੂੰ ਜਿੰਦਾ ਸੜ ਦਿੱਤਾ ਗਿਆ, ਹੋਰਾਂ ਨੂੰ ਉਹਨਾਂ ਦੇ ਘਰ ਤੋਂ ਘਸੀਟਿਆ ਗਿਆ ਤੇ ਕਤਲ ਕੀਤਾ ਗਿਆ ਅਤੇ ਸਿੱਖ ਔਰਤਾਂ ਨਾਲ ਕਥਿਤ ਤੌਰ ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਸਿੱਖਾਂ ਤੇ ਤੇਜ਼ਾਬ ਵੀ ਸੁੱਟਿਆ ਗਿਆ। ਪੁਲਿਸ ਦੀ ਮਦਦ ਤੋਂ ਬਿਨਾਂ ਅਜਿਹੀ ਵਿਆਪਕ ਹਿੰਸਾ ਸੰਭਵ ਨਹੀਂ ਸੀ। ਦਿੱਲੀ ਪੁਲਿਸ, ਜਿਸ ਦਾ ਸਭ ਤੋਂ ਵੱਡਾ ਫਰਜ਼ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਅਤੇ ਨਿਰਦੋਸ਼ਾਂ ਦੀਆਂ ਜਾਨਾਂ ਦੀ ਰੱਖਿਆ ਕਰਨਾ ਸੀ, ਉਹਨਾਂ ਨੇ ਦੰਗਾਕਾਰੀਆਂ ਦੀ ਪੂਰੀ ਮਦਦ ਕੀਤੀ, ਜੋ ਅਸਲ ਵਿੱਚ ਜਗਦੀਸ਼ ਟਾਈਟਲਰ ਅਤੇ HKL ਭਗਤ ਵਰਗੇ ਸ਼ਰਾਰਤੀ ਨੇਤਾਵਾਂ ਦੀ ਯੋਗ ਅਗਵਾਈ ਵਿੱਚ ਕੰਮ ਕਰ ਰਹੇ ਸਨ। ਇਹ ਇੱਕ ਅਜਿਹਾ ਜਾਣਿਆ ਪਛਾਣਿਆ ਤੱਥ ਹੈ ਜੋ ਬਹੁਤ ਸਾਰੀਆਂ ਜੇਲ੍ਹਾਂ, ਸਬ ਜੇਲ੍ਹਾਂ ਅਤੇ ਲਾਕਅਪ 3 ਦਿਨਾਂ ਲਈ ਖੋਲ੍ਹ ਦਿੱਤੇ ਗਏ ਅਤੇ ਕੈਦੀਆਂ ਨੂੰ ਜ਼ਿਆਦਾਤਰ ਸਖਤ ਅਪਰਾਧੀਆਂ ਲਈ ਸਿੱਖਾਂ ਦਾ ਕਤਲੇਆਮ ਕਰਨ ਲਈ ਪੂਰੇ ਪ੍ਰਬੰਧ, ਸਾਧਨ ਅਤੇ ਹਦਾਇਤਾਂ ਪ੍ਰਦਾਨ ਕੀਤੀਆਂ ਗਈਆਂ। ਪਰ ਇਹ ਕਹਿਣਾ ਗਲਤ ਹੋਵੇਗਾ ਕਿ ਦਿੱਲੀ ਪੁਲਿਸ ਨੇ ਕੁਝ ਨਹੀਂ ਕੀਤਾ, ਕਿਉਂਕਿ ਇਸ ਨੇ ਆਪਣੇ ਬਚਾਅ ਦੀ ਕੋਸ਼ਿਸ਼ ਕਰਨ ਵਾਲੇ ਸਿੱਖਾਂ ਵਿਰੁੱਧ ਪੂਰੀ ਤਰ੍ਹਾਂ ਡੂੰਘੀ ਕਾਰਵਾਈ ਕੀਤੀ। ਜਿਨ੍ਹਾਂ ਸਿੱਖਾਂ ਨੇ ਆਪਣੀਆਂ ਜਾਨਾਂ ਅਤੇ ਜਾਇਦਾਦਾਂ ਬਚਾਉਣ ਲਈ ਗੋਲੀਆਂ ਚਲਾਈਆਂ, ਉਹਨਾਂ ਨੂੰ ਕਈ ਮਹੀਨੇ ਅਦਾਲਤਾਂ ਦੇ ਚੱਕਰ ਕੱਟਣੇ ਪਏ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ TV।